जय मसीह दी प्यारे दर्शकों, दिशा परिवर्तन के साडे अज के प्रोग्राम के विच साडे प्रभु अते मुक्तिदाता प्रभु यीशु मसीह जी के नां च तुहाडा सबना का बहुत बहुत स्वागत है। दोस्तों, दिशा परिवर्तन के साडे अज के प्रोग्राम के विच असी आत्मिक युद्ध के बारे अपनी सिक्ख्या के उत्ते चर्चा कर रहे हैं। अज भी असी अपने प्रोग्राम के विच आत्मिक युद्ध की इस सिक्ख्या नूं जारी रखांगे। असी अपने पिछले प्रोग्राम के विच शैतान, जो कि लूसीफर के नाम तो भी जाना जाता है, जो कदे परमेश्वर दे सब तो नज़दीक रहिंदा सी, पर अपनी सुंदरता के घमंड करके स्वर्ग तो थले सुट दिता गया सी। असी उहदी शख्सियत बारे जानिया सी कि उहदा चरित्र किहो जिहा है अते असी उसदे छल छिद्रां तो किवें बच सकते हैं। इस दे लई असी हवाले के रूप में अफसियां दी पत्री के 6वें अध्याय के वचनां नूं चुनिया सी। दोस्तों, आओ डॉक्टर यरमिया दे नाल सीखते हाँ कि शैतान की शख्सियत दे विच होर किहड़ियां-किहड़ियां गल्लां शामिल हैं। आओ प्रभु यीशु मसीह जी के नाम विच अपने अध्ययन की शुरुआत करिए। रहेगा नाम सदा तीकर मसीदा, रहेगा नाम सदा तीकर मसीदा, रहेगा जद तलक सूरज रहेगा, रहेगा जद तलक सूरज रहेगा। के उस तो बरकता सब लोग पावण, के उस तो बरकता सब लोग पावण, ते कौमा ओस्तियां धन्यवाद गावण, ते कौमा ओस्तियां धन्यवाद गावण। खुदा दा पाक ना है शान वाला, खुदा दा पाक ना है शान वाला, सदा तीकर मुबारक हो रहेगा, सदा तीकर मुबारक हो रहेगा। सिताइश बाप बेटे पाक रूह दी, सिताइश बाप बेटे पाक रूह दी, सदा तो है सदा तीकर रहेगी, सदा तो है सदा तीकर रहेगी।
ਉੱਥੇ ਹੀ ਆਰੰਭ ਕਰੋ ਜਿੱਥੋਂ ਕਿ ਕਲੀਸਿਆ ਹੈ। ਜਦੋਂ ਕਲੀਸਿਆ ਦੀ ਸਥਾਪਨਾ ਕੀਤੀ ਗਈ ਸੀ, ਸਭ ਤੋਂ ਪਹਿਲੀ ਮੁੱਖ ਸਮੱਸਿਆ ਕੀ ਸੀ? ਫੋਟਕ ਜ਼ਰਾ ਖਿਆਫਾ ਲਗਾਓ ਕਿ ਇਸ ਦਾ ਜ਼ਿੰਮੇਵਾਰ ਕੌਣ ਸੀ? ਉਹ ਕੀ ਸੀ ਜਿਸ ਬਾਰੇ ਪਤਰਸ ਨੇ ਆਖਿਆ ਸੀ, ਸ਼ੈਤਾਨ ਨੇ ਤੇਰੇ ਦਿਲ ਦੇ ਅੰਦਰ ਪਵਿੱਤਰ ਆਤਮਾ ਦੇ ਅੱਗੇ ਝੂਠ ਬੋਲਣ ਲਈ ਤੇਰੇ ਦਿਲ ਨੂੰ ਕਿਉਂ ਭਰ ਦਿੱਤਾ? ਇਹ ਸਭ ਦੇ ਪਿੱਛੇ ਕੌਣ ਹੈ? ਜੋ ਸਭ ਫੋਟਕ ਅੱਜ ਅਸੀਂ ਦੇਖ ਰਹੇ ਹਾਂ, ਇਹ ਸਭ ਸ਼ੈਤਾਨੀ ਹੀ ਹੈ। ਬਹੁਤ ਸਾਰੀਆਂ ਕਲੀਸਿਆਵਾਂ ਅਤੇ ਮੀਟਿੰਗਾਂ ਦੇ ਅੰਦਰ ਜੋ ਕਿ ਇੱਕ ਦੂਸਰੇ ਦੇ ਪਿੱਛੇ ਪਏ ਹੋਏ ਹਨ ਅਤੇ ਇੱਕ ਦੂਸਰੇ ਦੇ ਵਿਰੋਧ ਇਸ ਕਰਕੇ ਕਰਦੇ ਹਨ ਕਿਉਂਕਿ ਉਹ ਸ਼ੈਤਾਨ ਦੇ ਧੋਖੇ ਦੇ ਕਾਰਨ ਵੰਡੇ ਜਾ ਚੁੱਕੇ ਹਨ। ਇੱਥੋਂ ਤੱਕ ਕਿ ਹੁਣ ਜੋ ਕਿ ਕਰੀਬ ਉਹੀ ਹਨ ਜੋ ਵਿਸ਼ਵਾਸ ਕਰਦੇ ਹਨ, ਉਹ ਇੱਕ ਦੂਜੇ ਦੇ ਨਾਲ ਮਿਲਦੇ ਨਹੀਂ ਜਾਪਦੇ ਕਿਉਂਕਿ ਇਸ ਸਭ ਦੇ ਵਿਚਕਾਰ ਉਹ ਵਿਰੋਧੀ ਹੈ ਜੋ ਕਿ ਉਹਨਾਂ ਨੂੰ ਵੰਡਣ ਅਤੇ ਫਤਿਹ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸਭ ਦੇ ਪਿੱਛੇ ਉਹ ਇੱਕ ਇਹੋ ਜਿਹਾ ਨਿਪੁੰਨ ਹੈ। ਆਪ ਆਖਦੇ ਹੋ ਇਹ ਸਭ ਕਿਵੇਂ ਕਰਦਾ ਹੈ? ਜੀ ਹਾਂ, ਉਹ ਇਸ ਨੂੰ ਇਸ ਤਰ੍ਹਾਂ ਕਰਦਾ ਹੈ। ਉਹ ਸ਼ੱਕ ਅਤੇ ਅਸਹਿਣਸ਼ੀਲਤਾ ਅਤੇ ਨਾਪਸੰਦੀ ਅਤੇ ਈਰਖਾ ਅਤੇ ਆਲੋਚਨਾ ਦੇ ਜ਼ਾਹਿਰ ਦਾ ਟੀਕਾ ਲਗਾਉਂਦਾ ਹੈ। ਉਹ ਇਹਨਾਂ ਸਭਨਾਂ ਨੂੰ ਪ੍ਰਣਾਲੀ ਦੇ ਅੰਦਰ ਭਰ ਦਿੰਦਾ ਹੈ। ਜਦੋਂ ਉਹ ਇਸ ਸਿਸਟਮ ਦੇ ਵਿੱਚ ਆ ਮਿਲਦੇ ਹਨ, ਮੈਂ ਆਪ ਨੂੰ ਦੱਸ ਦੇਵਾਂ ਕਿ ਉਹ ਕਿਵੇਂ ਕਾਰਜ ਕਰਦੇ ਹਨ। ਉਹ ਜ਼ਹਿਰ ਇਸ ਪ੍ਰਾਣੀ ਦੇ ਅੰਦਰ ਇੱਧਰ ਉੱਧਰ ਬਾਹਰ ਜਾਣ ਦੇ ਰਾਸਤੇ ਨੂੰ ਪਾਲਣ ਦੀ ਕੋਸ਼ਿਸ਼ ਕਰਦਾ ਹੈ। ਅੰਤ ਵਿੱਚ ਉਹ ਖੋਜ ਲੈਂਦਾ ਹੈ ਕਿ ਉਸ ਦੇ ਬਾਹਰ ਜਾਣ ਦਾ ਰਾਸਤਾ ਜੀਵ ਹੈ। ਇਸ ਤਰ੍ਹਾਂ ਇਹ ਇਸ ਪ੍ਰਾਣੀ ਦੇ ਰਾਹੀਂ ਆਪਣਾ ਬਾਹਰ ਜਾਣ ਦਾ ਰਾਸਤਾ ਬਣਾਉਂਦਾ ਹੈ ਅਤੇ ਜੀਵ ਦੇ ਰਾਹੀਂ ਇਹ ਬਾਹਰ ਆਉਂਦਾ ਹੈ। ਇਹੋ ਹੀ ਹੈ ਜੋ ਕਿ ਯਾਕੂਬ ਇੱਕ ਸਮੇਂ ਇਸ ਬਾਰੇ ਗੱਲ ਕਰ ਰਿਹਾ ਸੀ, ਜਦੋਂ ਉਹ ਆਖਦਾ ਹੈ ਕਿ ਜੋ ਜੀਵ ਹੈ ਉਹ ਘਾਤਕ ਜ਼ਾਹਿਰ ਦੇ ਨਾਲ ਭਰੀ ਹੋਈ ਹੈ ਅਤੇ ਨਰਕ ਦੀ ਅੱਗ ਨੂੰ ਜਲਾ ਦਿੰਦੀ ਹੈ। ਇਹ ਕਿਸ ਨੇ ਕੀਤਾ ਸੀ? ਸ਼ੈਤਾਨ ਨੇ। ਇਸ ਦੇਸ਼ ਦੇ ਅੱਜ ਹਰ ਪਾਸੇ ਇੱਥੋਂ ਤੱਕ ਕਿ ਆਪ ਦੇ ਜੀਵਨ ਵਿੱਚ ਵੀ ਇਹ ਫੋਟਕ ਪਾਉਂਦਾ ਜਾ ਰਿਹਾ ਹੈ। ਇਹ ਸਭ ਦੇ ਪਿੱਛੇ ਕੌਣ ਹੈ? ਸ਼ੈਤਾਨ ਇਸ ਦੇ ਪਿੱਛੇ ਹੈ। ਇਹ ਉਸ ਦੀਆਂ ਮੁੱਖ ਵਿਉਂਤਾਂ ਵਿੱਚੋਂ ਇੱਕ ਹੈ, ਵੰਡੋ ਅਤੇ ਜਿੱਤੋ, ਭਾਗ ਈੜੀ, ਨਾਸ਼ ਕਰਨ ਵਾਲਾ। ਇਸੇ ਤਰ੍ਹਾਂ ਉਹ ਧੋਖਾ ਦਿੰਦਾ ਹੈ ਅਤੇ ਉਹ ਫੋਟਕ ਪਾਉਂਦਾ ਹੈ ਅਤੇ ਤੀਸਰੀ ਗੱਲ ਉਹ ਨਾਸ਼ ਕਰਦਾ ਹੈ। ਸ਼ੈਤਾਨ ਅਪੋਲਿਓਨ ਹੈ ਭਾਵੇਂ ਨਾਸ਼ ਕਰਨ ਵਾਲਾ, ਉਹ ਨਾਸ਼ ਕਰਨ ਦੇ ਪਿੱਛੇ ਲੱਗਿਆ ਹੋਇਆ ਹੈ। ਉਹ ਕਿਵੇਂ ਨਾਸ਼ ਕਰਦਾ ਹੈ? ਸਭ ਤੋਂ ਪਹਿਲਾਂ ਉਹ ਸ਼ੈਤਾਨ ਆਪ ਦੇ ਜੀਵਨ ਵਿੱਚ ਅਤੇ ਮੇਰੇ ਜੀਵਨ ਵਿੱਚ ਵਿਰੋਧਤਾ ਦੇ ਦੁਆਰਾ ਨਾਸ਼ ਕਰਦਾ ਹੈ। ਉਹ ਵਿਰੋਧਤਾ ਦੇ ਦੁਆਰਾ ਨਾਸ਼ ਕਰਦਾ ਹੈ। ਸ਼ੈਤਾਨ ਇੱਕ ਵੱਡਾ ਰੋਕਣ ਵਾਲਾ ਹੈ ਅਤੇ ਇੱਕ ਮਹਾਨ ਵਿਰੋਧੀ। ਪਾਲੂਸ ਨੇ ਇਸ ਬਾਰੇ ਪਹਿਲੀ ਤਸਨੀਕੀਆਂ ਦੀ ਪੱਤਰੀ 2 ਅਧਿਆਇ ਦੀ 18 ਐਤ ਵਿੱਚ ਇਸ ਤਰ੍ਹਾਂ ਆਖਿਆ ਸੀ, ਕਿਉਂ ਜੋ ਅਸਾਂ ਅਰਥਾਤ ਮੈਂ ਪਲੂਸ ਨੇ ਬਾਰ-ਬਾਰ ਤੁਹਾਡੇ ਕੋਲ ਆਉਣ ਦੀ ਦਲੀਲ ਕੀਤੀ, ਪਰ ਸ਼ੈਤਾਨ ਨੇ ਸਾਨੂੰ ਡੱਕ ਲਿਆ। ਸ਼ੈਤਾਨ ਸਾਨੂੰ ਕਿਵੇਂ ਨਾਸ਼ ਕਰਦਾ ਹੈ? ਉਹ ਸਾਡੇ ਮਾਰਗ ਦੇ ਵਿੱਚ ਆਉਣ ਦੇ ਦੁਆਰਾ ਸਾਨੂੰ ਨਾਸ਼ ਕਰਦਾ ਹੈ। ਉਹਨਾਂ ਕੰਮਾਂ ਨੂੰ ਰੋਕਣ ਦੇ ਦੁਆਰਾ ਜੋ ਪਰਮੇਸ਼ਰ ਸਾਡੇ ਜੀਵਨ ਦੇ ਅੰਦਰ ਕਰਨ ਦੀ ਖੁਆਇਸ਼ ਰੱਖਦਾ ਹੈ। ਆਪ ਆਖਦੇ ਹੋ ਕਿ ਉਹ ਸੱਚਮੁੱਚ ਉਹਨਾਂ ਕੰਮਾਂ ਦੇ ਵਿੱਚ ਆ ਖੜਾ ਹੁੰਦਾ ਹੈ ਜੋ ਪਰਮੇਸ਼ਰ ਕਰਨ ਦੀ ਖੁਆਇਸ਼ ਰੱਖਦਾ ਹੈ। ਬਿਲਕੁਲ, ਉਹ ਸਭ ਕਿਵੇਂ ਕਰਦਾ ਹੈ? ਉਹ ਇਹ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ, ਮੇਰੇ ਜੀਵਨ ਵਿੱਚ ਸਮੇਂ ਅਤੇ ਸ਼ਕਤੀ ਨੂੰ ਹਥਿਆਰ ਦੇ ਦੁਆਰਾ ਕਰਦਾ ਹੈ। ਉਹ ਸਾਨੂੰ ਸਾਰਿਆਂ ਨੂੰ ਥਕਾ ਦਿੰਦਾ ਹੈ ਤਾਂ ਕਿ ਅਸੀਂ ਉਹ ਨਾ ਕਰ ਸਕੀਏ ਜੋ ਪਰਮੇਸ਼ਰ ਸਾਡੇ ਜੀਵਨ ਵਿੱਚ ਕੀਤੇ ਜਾਣ ਦੀ ਖੁਆਇਸ਼ ਰੱਖਦਾ ਹੈ। ਉਹ ਸਾਨੂੰ ਪੂਰੀ ਤਰ੍ਹਾਂ ਜਲਾ ਦਿੰਦਾ ਹੈ। ਸ਼ੈਤਾਨ ਤਾਂ ਬਸ ਇਹ ਪਰਮੇਸ਼ਰ ਦੇ ਲੋਕਾਂ ਨੂੰ ਜਲਾਉਂਦਿਆਂ ਵੇਖਣਾ ਪਸੰਦ ਕਰਦਾ ਹੈ, ਕਿਉਂਕਿ ਜੇਕਰ ਅਸੀਂ ਝੁਲਸ ਜਾਈਏ ਤਦ ਉਸ ਨੂੰ ਹੋਰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਫਿਰ ਉਹ ਸਾਡੇ ਉੱਤੇ ਹੋਰ ਜ਼ਿਆਦਾ ਆਪਣੇ ਅਗਨ-ਬਾਣ ਨੂੰ ਫਜ਼ੂਲ ਨਹੀਂ ਕਰਦਾ। ਅਸੀਂ ਪਹਿਲਾਂ ਹੀ ਆਪਣੇ ਆਪ ਨੂੰ ਭਸਮ ਕਰ ਚੁੱਕੇ ਹਾਂ। ਮੈਂ ਆਪ ਨੂੰ ਇੱਕ ਵਾਰ ਆਖਿਆ ਸੀ, ਜਦੋਂ ਮੈਂ ਆਪ ਨੂੰ ਉਸ ਤਣਾਅ ਦੇ ਬਾਰੇ ਗੱਲ ਕਰ ਰਿਹਾ ਸੀ, ਜਦੋਂ ਕਿ ਇੱਕ ਆਪਣੇ ਦੋਸਤ ਦੇ ਦਫ਼ਤਰ ਦੇ ਵਿੱਚ ਇੱਧਰ ਉੱਧਰ ਘੁੰਮਣ ਦੇ ਬਾਰੇ ਗੱਲ ਕਰ ਰਿਹਾ ਸੀ, ਤਦ ਮੈਂ ਉਸ ਦੇ ਦਫ਼ਤਰ ਦੀ ਦੀਵਾਰ ਉੱਤੇ ਇੱਕ ਪਰਚੇ ਉੱਤੇ ਇਸ ਤਰ੍ਹਾਂ ਲਿਖਿਆ ਦੇਖਿਆ ਕਿ ਜਦੋਂ ਆਪ ਇੱਕ ਦੇਹ ਨੂੰ ਥਕਾ ਲਵੋਗੇ, ਨਾਸ਼ ਕਰ ਲਵੋਗੇ, ਤਦ ਆਪ ਕਿੱਥੇ ਜਾਓਗੇ? ਇਹ ਇੱਕ ਅੱਛਾ ਸਵਾਲ ਹੈ। ਸ਼ੈਤਾਨ ਕੋਲ ਇਸ ਦਾ ਉੱਤਰ ਹੈ, ਆਪਣੇ ਸਰੀਰ ਨੂੰ ਨਾਸ਼ ਕਰ ਲਓ, ਫਿਰ ਮੈਨੂੰ ਹੋਰ ਜ਼ਿਆਦਾ ਇਸ ਦੀ ਚਿੰਤਾ ਦੀ ਲੋੜ ਨਹੀਂ। ਇਸ ਤਰ੍ਹਾਂ ਉਹ ਸਾਡੀ ਦੇਹ ਨੂੰ ਸਾਨੂੰ ਪੂਰੀ ਤਰ੍ਹਾਂ ਭਸਮ ਕਰਨ ਦੇ ਦੁਆਰਾ ਰੋਕਦਾ ਹੈ ਅਤੇ ਪਰਮੇਸ਼ਰ ਦੇ ਕੰਮ ਨੂੰ ਸਰੀਰਕ ਵਿਧੀਆਂ ਦੇ ਦੁਆਰਾ ਕਰਨ ਦੇ ਲਈ ਭਰਮਾਉਂਦਾ ਹੈ। ਸਰੀਰ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਭਸਮ ਕਰ ਲੈਂਦਾ ਹੈ। ਉਹ ਵਿਰੋਧਤਾ ਦੇ ਦੁਆਰਾ ਸਾਡੇ ਉੱਤੇ ਹਮਲਾ ਕਰਦਾ ਹੈ, ਫਿਰ ਉਹ ਸਾਨੂੰ ਇੱਕ ਸਰਲ ਹਮਲੇ ਦੇ ਦੁਆਰਾ ਨਾਸ਼ ਕਰ ਦਿੰਦਾ ਹੈ। ਬਾਈਬਲ ਬਾਣੀ ਕੀ ਆਖਦੀ ਹੈ? ਬਾਈਬਲ ਬਾਣੀ ਆਖਦੀ ਹੈ ਕਿ ਸਾਨੂੰ ਨੇਚਾ ਦੀ ਢਾਲ ਰੱਖਣੀ ਪੈਣੀ ਹੈ, ਕਿਉਂਕਿ ਨੇਚਾ ਦੀ ਢਾਲ ਤੋਂ ਬਗੈਰ ਅਸੀਂ ਆਪਣੇ ਬੈਰੀ ਦੇ ਬਾਣਾਂ ਨੂੰ ਪਰੇ ਨਹੀਂ ਰੱਖ ਸਕਦੇ। ਇਸ ਤਸਵੀਰ ਨੂੰ ਆਪਣੇ ਮਨ ਦੇ ਵਿੱਚ ਵਸਾਓ। ਮੈਂ ਇਸ ਦੇ ਬਾਰੇ ਕੋਈ ਫਿਕਰ ਨਹੀਂ ਕਰਦਾ ਕਿ ਆਪ ਸ਼ੈਤਾਨ ਦੀ ਤਸਵੀਰ ਕਿਵੇਂ ਉਲੀਕਦੇ ਹੋ, ਪਰ ਇਸ ਤਸਵੀਰ ਨੂੰ ਆਪਣੇ ਮਨ ਦੇ ਵਿੱਚ ਵਸਾ ਲਓ ਕਿ ਉਹ ਆਪ ਦੇ ਆਲੇ ਦੁਆਲੇ ਕਿੱਧਰ ਖੜਾ ਹੈ। ਉਸ ਦੇ ਕੋਲ ਜ਼ਹਿਰੀਲੇ ਤੀਰ ਦਾ ਤਰਕਸ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਉਹ ਤਾਂ ਬਸ ਇਸ ਦੀ ਉਡੀਕ ਵਿੱਚ ਹੈ ਕਿ ਆਪ ਥੋੜੇ ਜਿਹਾ ਆਪਣੇ ਸ਼ਸਤਰ ਬਸਤਰ ਨੂੰ ਢਿੱਲੇ ਕਰੋ ਅਤੇ ਉਹ ਇੱਕ
ਪੱਕਾ ਨਿਸ਼ਾਨਾ ਬੰਨੇਗਾ ਅਤੇ ਫਿਰ ਉਹ ਇੱਕ ਛੋਟੇ ਜਿਹੇ ਤੀਰ ਨੂੰ ਛੱਡਦਾ ਹੈ ਅਤੇ ਉਹ ਆਪ ਨੂੰ ਹਥਿਆ ਲੈਂਦਾ ਹੈ। ਉਹ ਆਖਦਾ ਹੈ, ਮੈਂ ਤੁਹਾਨੂੰ ਹਥਿਆ ਲਿਆ ਹੈ। ਉਸ ਦੇ ਅਗਨਬਾਣ ਕੀ ਹਨ? ਕਿ ਆਪਨੇ ਉਹਨਾਂ ਨੂੰ ਮਹਿਸੂਸ ਕੀਤਾ ਹੈ? ਜੀ ਹਾਂ, ਉਹ ਅਕਸਰ ਉਦੋਂ ਹੁੰਦੇ ਹਨ ਜਦੋਂ ਅਸੀਂ ਉਹਨਾਂ ਦੀ ਬਹੁਤ ਘੱਟ ਆਸ ਕਰਦੇ ਹਾਂ। ਉਹਨਾਂ ਅਗਨਬਾਣਾਂ ਵਿੱਚੋਂ ਇੱਕ ਜੋ ਸ਼ੈਤਾਨ ਮਸੀਹਾਂ ਉੱਤੇ ਇਸਤੇਮਾਲ ਕਰਨ ਦੀ ਖੁਆਇਸ਼ ਰੱਖਦਾ ਹੈ, ਉਹ ਹੈ ਨਿਰਾਸ਼ਾ। ਉਹ ਇਸ ਨੂੰ ਕਿੰਨਾ ਪਸੰਦ ਕਰਦਾ ਹੈ। ਮੈਂ ਸੋਚਦਾ ਹਾਂ ਕਿ ਉਸ ਦੇ ਸਰਬ ਉੱਤਮ ਬਾਣਾਂ ਵਿੱਚੋਂ ਉਹ ਇੱਕ ਹੈ। ਉਹ ਨੇਕ ਲੋਕਾਂ ਨੂੰ ਨੇਕ ਕੰਮ ਪ੍ਰਭੂ ਉੱਤੇ ਭਰੋਸਾ ਕਰਦਿਆਂ ਕਰਨ ਦਿੰਦਾ ਹੈ ਅਤੇ ਇਸ ਨੂੰ ਆਤਮਾ ਦੀ ਸ਼ਕਤੀ ਵਿੱਚ ਹੋ ਕੇ ਉਸ ਨੂੰ ਕਰਨ ਦਿੰਦਾ ਹੈ ਅਤੇ ਫਿਰ ਉਹ ਥੋੜਾ ਜਿਹਾ ਨਿਰਾਸ਼ਾ ਦਾ ਅਗਨਬਾਣ ਉਹਨਾਂ ਦੇ ਉੱਤੇ ਛੱਡਦਾ ਹੈ ਅਤੇ ਇਸ ਤਰ੍ਹਾਂ ਉਹ ਸਾਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ। ਆਪ ਤਾਂ ਬਸ ਇਸ ਤਰ੍ਹਾਂ ਨਾਲ ਆਪਣੇ ਸਿਰ ਨੂੰ ਝੁਕਾ ਲੈਂਦੇ ਹੋ ਅਤੇ ਆਪ ਆਖਦੇ ਹੋ, ਇਸ ਸਭ ਦਾ ਕੀ ਲਾਭ ਹੈ। ਕਦੇ ਕਦੇ ਉਹ ਬੇਵਫਾਈ ਜਾਂ ਭਰੋਸਾ ਨਾ ਕਰਨ ਦਾ ਅਗਨਵਾਨ ਨੂੰ ਵੀ ਛੱਡਦਾ ਹੈ। ਆਪਣੀ ਖੁਦ ਦੀ ਨੇਚਾ ਉੱਤੇ ਸ਼ੱਕ ਕਰਨਾ ਉਸ ਦੇ ਕੋਲ ਉਨਾ ਹੀ ਇੱਕ ਭਰਪੂਰ ਭਰਿਆ ਹੋਇਆ ਹੈ। ਬਸ ਜਦੋਂ ਤੁਸੀਂ ਇਸ ਦੀ ਬਹੁਤ ਘੱਟ ਆਸ ਕਰਦੇ ਹੋ ਤਦ ਉਹ ਠੀਕ ਤੁਹਾਡੇ ਰਾਹ ਦੇ ਵਿੱਚ ਉਹਨਾਂ ਨੂੰ ਛੱਡਦਾ ਹੈ। ਉਹ ਨਾਸ਼ ਕਰਨ ਨੂੰ ਪਸੰਦ ਕਰਦਾ ਹੈ। ਉਹ ਨਾਸ਼ ਕਰਨ ਵਾਲਾ ਹੈ। ਯਹੂਨਾ ਦੀ ਅੰਜੀਲ 8 ਅਧਿਆਏ ਉਸ ਦੀ 44 ਐਤ ਦੇ ਵਚਨ ਹਨ। ਤੁਸੀਂ ਆਪਣੇ ਪਿਓ ਸ਼ੈਤਾਨ ਤੇ ਹੋ ਅਤੇ ਆਪਣੇ ਪਿਓ ਦੀਆਂ ਕਾਮਨਾ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਾਈ ਉੱਤੇ ਟਿਕਿਆ ਨਾ ਰਿਹਾ, ਕਿਉਂਕਿ ਉਸ ਵਿੱਚ ਸਚਾਈ ਹੈ ਹੀ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ, ਕਿਉਂਕਿ ਉਹ ਝੂਠਾ ਹੈ ਅਤੇ ਝੂਠਾਂ ਦਾ ਪਤੰਦਰ ਹੈ। ਉਹੀ ਹੈ ਸ਼ੈਤਾਨ। ਉਹ ਇੱਕ ਹਥਿਆਰਾ ਹੈ। ਉਹ ਤੁਹਾਨੂੰ ਨਾਸ਼ ਕਰਨ ਦੀ ਖੁਆਇਸ਼ ਰੱਖਦਾ ਹੈ। ਉਹ ਤੁਹਾਡੀ ਗਵਾਹੀ ਨੂੰ ਨਾਸ਼ ਕਰਨ ਦੀ ਖੁਆਇਸ਼ ਰੱਖਦਾ ਹੈ ਅਤੇ ਆਪ ਦੇ ਜੀਵਨ ਨੂੰ ਨਾਸ਼ ਕਰਨ ਦੀ ਉਹ ਇਸ ਤਰ੍ਹਾਂ ਕਰੇਗਾ। ਉਹ ਸਾਡਾ ਵੈਰੀ ਹੈ। ਇਹੋ ਹੀ ਉਸ ਦੀ ਖੁਆਇਸ਼ਤ ਹੈ। ਉਸ ਦਾ ਅਹੁਦਾ ਹੈ, ਉਸ ਦੀ ਇਖਤਿਆਰ ਹੈ। ਮੈਂ ਨਹੀਂ ਜਾਣਦਾ ਜਦੋਂ ਆਪ ਇਸ ਨੂੰ ਸੁਣਦੇ ਹੋ ਤਦ ਆਪ ਕੀ ਕਰਦੇ ਹੋ। ਮੈਂ ਆਸ ਕਰਾਂਗਾ ਕਿ ਆਪ ਇੱਥੋਂ ਤੱਕ ਕਿ ਇਸ ਵੈਰੀ ਦੇ ਦੁਆਰਾ ਭੈਭੀਤ ਹੋਵੋ ਕਿ ਆਪ ਇਹ ਸੁਣ ਜਾ ਰਹੇ ਹੋ ਜੋ ਕਿ ਹੁਣ ਮੈਨੂੰ ਆਖਣਾ ਪੈਣਾ ਹੈ। ਆਪ ਉਸ ਦੇ ਬਾਰੇ ਕੁਝ ਨਹੀਂ ਕਰ ਸਕਦੇ। ਆਪ ਉਸ ਦੇ ਲਈ ਪੂਰੀ ਤਰ੍ਹਾਂ ਲਾਚਾਰ ਹੋ ਅਤੇ ਬਿਆਸ ਹੋ। ਜੇਕਰ ਆਪ ਆਪਣੀ ਸ਼ਕਤੀ ਵਿੱਚ ਹੋ ਕੇ ਹੀ ਸ਼ੈਤਾਨ ਦੇ ਨਾਲ ਯੁੱਧ ਕਰਨ ਦੀ ਕੋਸ਼ਿਸ਼ ਕਰਦੇ ਹੋ ਤਦ ਆਪ ਪਹਿਲੇ ਹੀ ਸ਼ਿਕਾਰ ਹੋ ਚੁੱਕੇ ਹੋ। ਆਪ ਘਾਹ ਦੇ ਵਿੱਚ ਮਰ ਚੁੱਕੇ ਹੋ। ਮੈਂ ਟੈਲੀਵਿਜ਼ਨ ਉੱਤੇ ਪ੍ਰਚਾਰ ਨੂੰ ਇਸ ਬਾਰੇ ਗੱਲ ਕਰਦਿਆਂ ਸੁਣਿਆ ਹੈ ਕਿ ਉਹ ਕਿਸ ਤਰ੍ਹਾਂ ਸ਼ੈਤਾਨ ਨੂੰ ਇਖਤਿਆਰ ਦੇ ਅਧੀਨ ਕਰਨ ਜਾ ਰਹੇ ਹਨ ਅਤੇ ਉਹ ਤਾਂ ਬਸ ਸ਼ੈਤਾਨ ਨੂੰ ਉਹ ਆਖਣ ਜਾ ਰਹੇ ਹਨ। ਮੈਂ ਆਪ ਨੂੰ ਦੱਸ ਦੇਵਾਂ ਕਿ ਇਹ ਸਭ ਕੀ ਹੈ। ਆਪ ਨੂੰ ਇਸ ਬਾਰੇ ਪੂਰੀ ਤਰ੍ਹਾਂ ਨਿਸ਼ਚਿੰਤ ਹੋਣਾ ਪੈਣਾ ਹੈ ਕਿ ਆਪ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਭਰਪੂਰ ਹੋ। ਜਦੋਂ ਆਪ ਇਸ ਤਰ੍ਹਾਂ ਆਖਣਾ ਸ਼ੁਰੂ ਕਰਦੇ ਹੋ, ਆਪਣੇ ਆਪ ਵਿੱਚ ਤੁਹਾਡੇ ਅੰਦਰ ਸ਼ੈਤਾਨ ਦੇ ਵਿਰੁੱਧ ਕੋਈ ਸ਼ਕਤੀ ਨਹੀਂ ਹੈ। ਮੈਨੂੰ ਇਸ ਦੀ ਕੋਈ ਫਿਕਰ ਨਹੀਂ ਕਿ ਆਪ ਕੌਣ ਹੋ ਅਤੇ ਆਪ ਕੀ ਵਿਸ਼ਵਾਸ ਕਰਦੇ ਹੈ। ਇੱਕੋ ਹੀ ਇੱਕ ਸ਼ਕਤੀ ਹੈ ਜੋ ਕਿ ਵੈਰੀ ਦੇ ਵਿਰੁੱਧ ਆਪ ਦੇ ਕੋਲ ਹੈ। ਉਹ ਹੈ ਉਹ ਸ਼ਕਤੀ ਜੋ ਆਪ ਯਿਸੂ ਮਸੀਹ ਵਿੱਚ ਹੋ ਕੇ ਰੱਖਦੇ ਹੋ। ਆਪਣੀਆਂ ਬਾਈਬਲਾਂ ਵਿੱਚੋਂ ਇੱਕ ਵਾਰ ਫਿਰ ਤੱਕੋ ਅਤੇ ਗੌਰ ਕਰੋ। ਪਰਮੇਸ਼ਰ ਦਾ ਵਚਨ ਸਾਨੂੰ ਇੱਕ ਵਾਰ ਫਿਰ ਆਖਦਾ ਹੈ ਕਿ ਮੁੱਕਦੀ ਗੱਲ, ਹੇ ਭਰਾਵੋ, ਪ੍ਰਭੂ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ। ਪਰਮੇਸ਼ਰ ਦੇ ਸਾਰੇ ਸ਼ਸਤਰ ਬਸਤਰ ਤਾਰੋ। ਪਰਮੇਸ਼ਰ ਦੇ ਸਾਰੇ ਸ਼ਸਤਰ ਬਸਤਰ ਤਾਰੋ। ਆਪ ਸਰੀਰ ਦੇ ਵਿੱਚ ਹੋ ਕੇ ਸ਼ੈਤਾਨ ਦੇ ਨਾਲ ਨਹੀਂ ਲੜਦੇ। ਸ਼ਾਇਦ ਇਸ ਦਾ ਕਾਰਨ ਇਹ ਹੈ ਜਿਸ ਦੇ ਕਰਕੇ ਮਸੀਹ ਲੋਕਾਂ ਦੇ ਵਿਚਕਾਰ ਕਿੰਨੀ ਜ਼ਿਆਦਾ ਹਾਰ ਅਤੇ ਨਿਰਾਸ਼ਾ ਪਾਈ ਜਾਂਦੀ ਹੈ। ਅਸੀਂ ਕੁਝ ਇਹੋ ਜਿਹੇ ਵਿਚਾਰ ਰੱਖਦੇ ਹਾਂ ਕਿ ਅਸੀਂ ਇਸ ਸ਼ੈਤਾਨ ਦੇ ਵਿਰੁੱਧ ਖੜੇ ਹੋਣ ਲਈ ਆਪਣੇ ਆਪ ਕੁਝ ਨਾ ਕਰ ਸਕਦੇ ਹਾਂ। ਮੈਂ ਤਾਂ ਬਸ ਕੁਝ ਹੋਰ ਸਖਤ ਮਿਹਨਤ ਕਰਾਂਗਾ। ਮੈਂ ਹੋਰ ਜ਼ਿਆਦਾ ਕਲੀਸਿਆ ਦੇ ਅੰਦਰ ਆਇਆ ਕਰਾਂਗਾ। ਮੈਂ ਹਰ ਰੋਜ਼ ਆਪਣੀ ਬਾਈਬਲ ਪੜ੍ਹਿਆ ਕਰਾਂਗਾ। ਮੈਂ ਹਰ ਰੋਜ਼ ਜ਼ਿਆਦਾ ਪ੍ਰਾਰਥਨਾ ਕਰਾਂਗਾ। ਮੈਂ ਇਹ ਕਰਾਂਗਾ ਤੇ ਮੈਂ ਉਹ ਕਰਾਂਗਾ। ਆਪ ਕੁਝ ਵੀ ਨਹੀਂ ਕਰ ਸਕਦੇ। ਆਪ ਦੀ ਇੱਕੋ ਹੀ ਇੱਕ ਆਸ ਖੁਦ ਮਸੀਹ ਦੇ ਸ਼ਸਤਰ ਬਸਤਾਂ ਨੂੰ ਪਾਉਣ ਵਿੱਚ ਹੈ। ਉਹ ਲੋਕ ਜੋ ਸਾਡੇ ਤੋਂ ਪਹਿਲਾਂ ਜੀਏ ਸਨ, ਉਹਨਾਂ ਨੇ ਇਸ ਨੂੰ ਸਮਝ ਲਿਆ ਸੀ। ਕੁਝ ਇਹੋ ਜਿਹੇ ਯੁੱਧ ਨਾਲ ਸੰਬੰਧਿਤ ਭਜਨ ਜੋ ਸਾਡੇ ਵਿਚਕਾਰ ਪਾਏ ਜਾਂਦੇ ਹਨ, ਉਹਨਾਂ ਦੇ ਵਿੱਚ ਇੱਕ ਮਹਾਨ ਸੰਦੇਸ਼ ਹੈ। ਨੇਚਾ ਦੇ ਮਹਾਨ ਕਾਰਜਸ਼ੀਲ ਵਿਅਕਤੀਆਂ ਵਿੱਚੋਂ ਇੱਕ ਮਾਰਟਿਨ ਲੂਥਰ ਸੀ ਅਤੇ ਉਸ ਦੇ ਭਜਨਾਂ ਨੂੰ ਬਹੁਤ ਗਾਉਂਦੇ ਹਾਂ। ਪਰ ਮੈਨੂੰ ਸ਼ੱਕ ਹੈ ਜੇਕਰ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਸੁਣਦੇ ਹੋਈਏ ਜਿਸ ਤਰ੍ਹਾਂ ਕਿ ਸਾਨੂੰ ਸੁਣਨਾ ਚਾਹੀਦਾ ਹੈ। ਸਭ ਤੋਂ ਮਹਾਨ ਭਜਨ ਜੋ ਉਸਨੇ ਮੇਰੇ ਅੰਦਾਜ਼ੇ ਦੇ ਮੁਤਾਬਿਕ ਕਦੇ ਵੀ ਲਿਖਿਆ ਹੋਵੇ ਉਹ ਇਹ ਹੈ ਕਿ ਸਾਡਾ ਪਰਮੇਸ਼ਰ ਇੱਕ ਮਹਾਨ ਕਿਲਾ ਹੈ। ਉਸਨੇ ਇਸ ਤਰ੍ਹਾਂ ਲਿਖਿਆ ਸੀ, ਸਾਡਾ ਪਰਮੇਸ਼ਰ ਇੱਕ ਮਹਾਨ ਕਿਲਾ ਹੈ, ਇੱਕ ਇਹੋ ਜਿਹਾ ਸ਼ਕਤੀਮਾਨ ਜੋ ਕਦੇ ਵੀ ਅਸਫਲ ਨਹੀਂ ਹੁੰਦਾ। ਨਾਸ਼ਵਾਨ ਬਿਮਾਰੀਆਂ ਦੀ ਭਰਮਾਰ ਦੇ ਵਿਚਕਾਰ ਉਹ ਸਾਡਾ ਸਹਾਇਕ ਹੈ। ਅਤੇ ਅੱਗੇ ਇਸ ਨੂੰ ਧਿਆਨ ਨਾਲ ਸੁਣੋ, ਕਿਉਂਕਿ ਸਾਡਾ
ਉਹ ਪੁਰਾਣਾ ਬੈਰੀ ਅਜੇ ਵੀ ਸਾਨੂੰ ਨਿਰਾਸ਼ ਕਰਨ ਦੇ ਕਾਰ ਦੀ ਖੋਜ ਕਰ ਰਿਹਾ ਹੈ। ਉਸ ਦੀ ਸ਼ਕਤੀ ਅਤੇ ਤਾਕਤ ਮਹਾਨ ਹਨ ਅਤੇ ਉਸ ਦੇ ਇਸ ਧਰਤੀ ਉਤਲੇ ਜ਼ੁਲਮ ਉੱਤੇ ਜ਼ਾਲਮ ਕਿਰਨਾਂ ਦੇ ਤੁਲ ਹੋਰ ਕੁਝ ਵੀ ਨਹੀਂ ਹੈ। ਹੁਣ ਇਸ ਦੇ ਅਗਲੇ ਹਿੱਸੇ ਨੂੰ ਧਿਆਨ ਨਾਲ ਸੁਣੋ ਕਿ ਅਸੀਂ ਆਪਣੀ ਸ਼ਕਤੀ ਦੇ ਵਿੱਚ ਭਰੋਸਾ ਰੱਖੀਏ। ਸਾਡੀ ਕੋਸ਼ਿਸ਼ ਹਾਰ ਜਾਵੇ ਕਿ ਨੇਕ ਮਨੁੱਖ ਸਾਡੇ ਵੱਲ ਨਹੀਂ ਸਨ ਜਿਨ੍ਹਾਂ ਨੂੰ ਪਰਮੇਸ਼ਰ ਨੇ ਖੁਦ ਆਪਣੇ ਮਨੁੱਖ ਵਜੋਂ ਚੁਣਿਆ ਸੀ। ਉਸ ਨੂੰ ਪੁੱਛੋ ਕਿ ਉਹ ਕੌਣ ਹੋ ਸਕਦਾ ਹੈ। ਉਹ ਯਿਸੂ ਮਸੀਹ ਹੈ। ਉਸ ਦਾ ਨਾਮ ਸੈਨਾ ਦਾ ਯਹੋਵਾ ਹੈ। ਉਹ ਯੁੱਗਾਂ ਜੁਗਾਂਤਰ ਤੋਂ ਬਦਲਿਆ ਨਹੀਂ ਹੈ। ਜ਼ਰੂਰੀ ਹੈ ਕਿ ਉਹੀ ਹੈ ਸਾਡੇ ਇਸ ਯੁੱਧ ਨੂੰ ਜਿੱਤਣ ਵਾਲਾ। ਇੱਕ ਹੋਰ ਭਜਨ ਇਸ ਤਰ੍ਹਾਂ ਆਖਦਾ ਹੈ, ਯਿਸੂ ਦੇ ਲਈ ਖੜੇ ਹੋ ਜਾਓ, ਸਿਰਫ ਉਸੇ ਦੀ ਸ਼ਕਤੀ ਵਿੱਚ, ਉਸੇ ਦੇ ਬਲ ਦੇ ਵਿੱਚ ਖੜੇ ਹੋਵੋ। ਸਰੀਰ ਦੇ ਹਥਿਆਰ ਤੁਹਾਨੂੰ ਧੋਖਾ ਦੇਵੇਗੇ। ਆਪਣੇ ਆਪ ਉੱਤੇ ਭਰੋਸਾ ਨਾ ਰੱਖੋ। ਖੁਸ਼ਖਬਰੀ ਦੇ ਸ਼ਸਤਰ ਬਸਤਰ ਪਹਿਨ ਲਵੋ ਅਤੇ ਪ੍ਰਾਰਥਨਾ ਵੱਲ ਮੁੜੋ ਜਦੋਂ ਵੀ ਸਾਨੂੰ ਆਪਣੇ ਫਰਜ਼ ਨਿਭਾਉਣ ਦੇ ਲਈ ਬੁਲਾਇਆ ਜਾਵੇ। ਜੇ ਫਿਰ ਖਤਰਾ ਹੋਵੇ ਤਾਂ ਸਾਨੂੰ ਕਿਸੇ ਪ੍ਰਕਾਰ ਵੀ ਕਦੇ ਵੀ ਥੋੜ ਨਹੀਂ ਹੋਵੇਗੀ। ਆਪ ਆਪਣੇ ਬਲ ਵਿੱਚ ਹੋ ਕੇ ਇਸ ਯੁੱਧ ਨੂੰ ਨਹੀਂ ਲੜ ਸਕਦੇ, ਪਰ ਪਰਮੇਸ਼ਰ ਦੀ ਵਡਿਆਈ ਹੋਵੇ ਕਿ ਉਸ ਨੇ ਇਹ ਸ਼ਸਤਰ ਬਸਤਰ ਸਾਨੂੰ ਦਿੱਤੇ ਹਨ ਜੋ ਕਿ ਇਸ ਯੁੱਧ ਵਿੱਚ ਸਾਡੀ ਆਪਣੀ ਸੁਰੱਖਿਆ ਦੇ ਲਈ ਅਤੇ ਹਮਲਾ ਕਰਨ ਦੇ ਲਈ ਉਹ ਖੁਦ ਉਪਲਬਧ ਕਰਾਉਂਦਾ ਹੈ। ਅਗਲੇ ਹਫ਼ਤਿਆਂ ਦੇ ਵਿੱਚ ਜੋ ਸਾਡੇ ਸਾਹਮਣੇ ਹਨ, ਇੱਕ ਕਰਕੇ ਅਸੀਂ ਪਰਮੇਸ਼ਰ ਤੋਂ ਇਹ ਮੰਗਣ ਜਾ ਰਹੇ ਹਾਂ ਕਿ ਉਹ ਸਾਡੀ ਮਦਦ ਕਰੇ ਕਿ ਅਸੀਂ ਉਸ ਦੇ ਇਸ ਸ਼ਸਤਰ ਬਸਤਰ ਨੂੰ ਧਾਰ ਲਈਏ ਤਾਂ ਕਿ ਅਸੀਂ ਸਿੱਖਿਆ ਦੇ ਹਰ ਛਲ ਛਿਦਰਾਂ ਦੇ ਦੁਆਰਾ ਭਰਮਾਏ ਨਾ ਜਾਈਏ ਅਤੇ ਅਸੀਂ ਉਸ ਦੀ ਸ਼ਕਤੀ ਦੀ ਸਾਮਰਥ ਵਿੱਚ ਅਤੇ ਪ੍ਰਭੂ ਦੇ ਵਿੱਚ ਬਲਵੰਤ ਹੋ ਸਕੀਏ। ਪਰਮੇਸ਼ਰ ਕਰੇ ਕਿ ਮੇਰੇ ਅਤੇ ਆਪ ਦੇ ਜੀਵਨ ਵਿੱਚ ਉਹ ਇਸੇ ਤਰ੍ਹਾਂ ਕਰੇ। ਆਮੀਨ। ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਆਪ ਦਾ ਆਤਮਿਕ ਯੁੱਧ ਨਾਂ ਦੀ ਲੜੀ ਵਿੱਚ ਅੱਜ ਅਸੀਂ ਇਫਸੀਆਂ ਦੀ ਪੱਤਰੀ 6 ਅਧਿਆਏ ਉਸ ਦੀ 14 ਐਤ ਵਿੱਚੋਂ ਸੱਚਾਈ ਦੇ ਕਬਰ ਕਸ ਦੇ ਬਾਰੇ ਗੌਰ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਤਰ੍ਹਾਂ ਹੋਵੇਗੀ। ਨੰਬਰ 1, ਸੱਚਾਈ ਦਾ ਗਿਆਨ। ਨੰਬਰ 2, ਸੱਚਾਈ ਜੋ ਸਾਡੇ ਅੰਦਰ ਹੈ। ਅੱਜ ਅਸੀਂ ਆਪਣੇ ਧਿਆਨ ਦੀ ਸ਼ੁਰੂਆਤ ਜੋ ਕਿ ਆਤਮਿਕ ਯੁੱਧ ਦੇ ਸ਼ਸਤਰ ਬਸਤਰ ਨਾਲ ਸੰਬੰਧਿਤ ਹੈ, ਉਸ ਸ਼ਸਤਰ ਦੇ ਨਾਲ ਅਸੀਂ ਕਰਨ ਜਾ ਰਹੇ ਹਾਂ ਜਿਸ ਨੂੰ ਅਸੀਂ ਯੁੱਧ ਵਿੱਚ ਪਹਿਨਦੇ ਹਾਂ ਅਤੇ ਬਾਈਬਲ ਬਾਣੀ ਦਾ ਇਹ ਭਾਗ ਜਿਸ ਵਿੱਚ ਇਹ ਸਭ ਲਿਆ ਗਿਆ ਹੈ, ਇਹ ਇਫਸੀਆਂ ਦੀ ਪੱਤਰੀ ਉਸ ਦੇ 6 ਅਧਿਆਇ ਦੀਆਂ 10 ਤੋਂ ਲੈ ਕੇ 18 ਐਤਾਂ ਦੇ ਨਾਲ ਸੰਬੰਧਿਤ ਹੈ। ਅੱਜ ਅਸੀਂ ਸਿਰਫ 13 ਅਤੇ 14 ਐਤ ਨੂੰ 6 ਅਧਿਆਇ ਵਿੱਚ ਪੜ੍ਹਨ ਜਾ ਰਹੇ ਹਾਂ ਅਤੇ ਫਿਰ ਅਸੀਂ ਇੱਕ ਸੰਦੇਸ਼ ਦਾ ਅਧਿਐਨ, ਇਸ ਪਹਿਲੇ ਸੰਦੇਸ਼ ਦਾ ਅਧਿਐਨ ਇੱਕ ਹਥਿਆਰ ਦੇ ਅਸਲ ਔਜ਼ਾਰ ਵਜੋਂ ਕਰਾਂਗੇ ਜਿਸ ਨੂੰ ਸਾਨੂੰ ਪਹਿਨਣਾ ਪੈਣਾ ਹੈ। ਇਫਸੀਆਂ ਦੀ ਪੱਤਰੀ 6 ਅਧਿਆਇ ਉਸ ਦੀਆਂ 13 ਅਤੇ 14 ਐਤਾਂ ਦੇ ਵਿੱਚ ਇਸ ਤਰ੍ਹਾਂ ਆਖਿਆ ਗਿਆ ਹੈ, ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਲੈ ਲਵੋ ਭਾਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭੇ ਕੁਝ ਮੁਕਾ ਕੇ ਖਲੋ ਸਕੋ। ਸੋ ਤੁਸੀਂ ਆਪਣੀਆਂ ਕਮਰ ਸਚਾਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ, ਜਿਵੇਂ ਅਸੀਂ ਸਿੱਖ ਚੁੱਕੇ ਹਾਂ ਕਿ ਉਹ ਵੈਰੀ ਜਿਸ ਦੇ ਵਿਰੁੱਧ ਅਸੀਂ ਇਸ ਆਤਮਿਕ ਮੁਕਾਬਲੇ ਵਿੱਚ ਜੁਟੇ ਹੋਏ ਹਾਂ ਉਹ ਖੁਦ ਸ਼ੈਤਾਨ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਉਸ ਦੇ ਨਾਮ ਉਸ ਦੀ ਸ਼ਖਸੀਅਤ ਨੂੰ ਪ੍ਰਗਟ ਕਰਦੇ ਹਨ। ਉਹ ਇੱਕ ਸ਼ਕਤੀਸ਼ਾਲੀ ਦੁਸ਼ਮਣ ਹੈ ਜੋ ਕਿ ਸਿਰਫ ਇੱਕ ਸ਼ਾਸਕ ਹੀ ਨਹੀਂ ਅਤੇ ਇੱਕ ਰਾਜਕੁਮਾਰ ਵੀ ਨਹੀਂ, ਬਲਕਿ ਉਹ ਤਾਂ ਇਸ ਯੁੱਗ ਦਾ ਦੇਵਤਾ ਹੈ। ਉਹ ਬਹੁਤ ਸਾਰੀਆਂ ਵਿਉਂਤਾਂ ਦੇ ਨਾਲ ਲੈਸ ਹੈ। ਬਾਈਬਲ ਸ਼ੈਤਾਨ ਦੇ ਛਲ ਛਿਦਰਾਂ ਦੇ ਬਾਰੇ ਜ਼ਿਕਰ ਕਰਦੀ ਹੈ। ਸਭ ਤੋਂ ਪਹਿਲਾਂ ਉਹ ਸਾਨੂੰ ਧੋਖਾ ਦੇਣ ਦੀ ਖੁਆਇਸ਼ ਰੱਖਦਾ ਹੈ ਕਿਉਂਕਿ ਉਹ ਇੱਕ ਵੱਡਾ ਧੋਖਾ ਦੇਣ ਵਾਲਾ ਹੈ। ਦੂਸਰੀ ਗੱਲ, ਉਹ ਸਾਨੂੰ ਆਪਣੀ ਸੇਵਾ ਲਈ ਵੰਡਣਾ ਚਾਹੁੰਦਾ ਹੈ ਅਤੇ ਉਸ ਦੀ ਜੋ ਯੁੱਧ ਦੀ ਨੀਤੀ ਹੈ ਉਹ ਹਮੇਸ਼ਾ ਹੀ ਵੰਡਣਾ ਅਤੇ ਫਤਿਹ ਪਾਉਣ ਵਿੱਚ ਹੈ। ਉਹਦਾ ਸਭ ਤੋਂ ਪਹਿਲਾ ਕੰਮ ਉਸ ਦੇ ਫਜਰ ਦੇ ਪੁੱਤਰ ਲੂਸੀਫਰ ਹੋਣ ਵਜੋਂ ਰੁਕ ਜਾਣ ਤੋਂ ਬਾਅਦ ਅਤੇ ਜਦੋਂ ਉਹ ਹੁਣ ਸ਼ੈਤਾਨ ਬਣਿਆ ਸੀ, ਉਸ ਦਾ ਪਹਿਲਾ ਕੰਮ ਫਰਿਸ਼ਤਿਆਂ ਨੂੰ ਵੰਡਣਾ ਸੀ। ਉਸਨੇ ਪਹਿਲੇ ਘਰ ਨੂੰ ਵੰਡਿਆ ਅਤੇ ਉਸਨੇ ਉਸ ਹਰੇਕ ਚੀਜ਼ ਨੂੰ ਉਸ ਤੋਂ ਬਾਅਦ ਵੰਡਣ ਦੀ ਕੋਸ਼ਿਸ਼ ਕੀਤੀ ਜੋ ਕੁਝ ਵੀ ਪਰਮੇਸ਼ਰ ਦੇ ਨਾਲ ਸੰਬੰਧਿਤ ਹੈ। ਉਹ ਧੋਖਾ ਦਿੰਦਾ ਹੈ ਅਤੇ ਫੋਟਕ ਪਾਉਂਦਾ ਹੈ ਤਾਂ ਕਿ ਉਹ ਨਾਸ਼ ਕਰ ਸਕੇ। ਉਸ ਦਾ ਉਦੇਸ਼ ਹੀ ਇਹ ਹੈ ਕਿ ਉਹ ਸਾਡੇ ਵਿੱਚੋਂ ਹਰੇਕ ਨੂੰ ਇੱਕ ਮਸੀਹੀ ਰਹਿਤ ਨਰਕ ਦੇ ਵਿੱਚ ਲਿਜਾ ਕੇ ਸੁੱਟੇ ਤਾਂ ਕਿ ਅਸੀਂ ਹਮੇਸ਼ਾ ਵਾਸਤੇ ਪਰਮੇਸ਼ਰ ਤੋਂ ਅੱਡ ਕੀਤੇ ਜਾਈਏ, ਕਿਉਂਕਿ ਉਹ ਇਸ ਨੂੰ ਵਿਸ਼ਵਾਸੀ ਦੇ ਲਈ ਨਹੀਂ ਕਰ ਸਕਦਾ ਜਿਸ ਨੇ ਆਪਣਾ ਭਰੋਸਾ ਮਸੀਹ ਵਿੱਚ ਕਰ ਲਿਆ ਹੈ। ਉਹ ਉਸ ਵਿਸ਼ਵਾਸੀ ਦੀ ਗਵਾਹੀ ਨੂੰ ਖਤਮ ਕਰਨ ਦੇ ਲਈ ਪਾਲ ਰਿਹਾ ਹੈ ਅਤੇ ਉਸ ਨੂੰ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਪ੍ਰਚਾਰ ਵਿੱਚ ਲਾਭਕਾਰੀ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਰਕੇ ਇਫਸੀਆਂ ਦੀ ਪੁਸਤਕ 6 ਅਧਿਆਏ ਵਿੱਚ ਸਾਨੂੰ 2 ਵਾਰ ਪਰਮੇਸ਼ਰ ਦੇ ਸ਼ਸਤਰ ਵਸਤਰਾਂ ਨੂੰ ਪਹਿਨਣ ਦੇ ਲਈ ਆਖਿਆ ਗਿਆ ਹੈ। 11 ਐਤ ਵਿੱਚ ਸਾਨੂੰ ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਪਹਿਨਣ ਲਈ ਆਖਿਆ ਗਿਆ ਹੈ ਤਾਂ ਕਿ ਅਸੀਂ ਸ਼ੈਤਾਨ ਦੇ ਛਲ ਛਿਦਰਾਂ ਦੇ ਵਿਰੁੱਧ ਖੜੇ ਹੋ ਸਕੀਏ
13 ਐਤ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਲੈ ਲਵੋ, ਭਾਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭੇ ਕੁਝ ਮੁਕਾ ਕੇ ਖਲੋ ਸਕੋ। ਹੁਣ ਇਸ ਚਿੱਠੀ ਵਿੱਚ ਸ਼ਸਤਰ ਵਸਤਰ ਦੇ 6, ਜਿਨ੍ਹਾਂ ਵਿੱਚੋਂ ਹਰੇਕ ਸਮਰਥ ਅਤੇ ਸੁਰੱਖਿਆ ਦੇ ਲਈ ਯੁੱਧ ਵਿੱਚ ਪਾਇਆ ਜਾਣ ਵਾਲਾ ਇੱਕ ਸਰੋਤ ਹੈ। ਇਹਨਾਂ ਸ਼ਸਤਰਾਂ ਵਸਤਰਾਂ ਵਿੱਚੋਂ 5 ਸੁਰੱਖਿਆ ਲਈ ਹਨ। ਇਹਨਾਂ ਵਿੱਚੋਂ ਇੱਕ ਹਮਲਾ ਕਰਨ ਲਈ ਹੈ। ਸਾਡੀ ਜ਼ਿੰਦਗੀ ਦਾ ਕੋਈ ਵੀ ਹਿੱਸਾ ਨਾ ਤਾਂ ਢਕਿਆ ਹੋਇਆ ਹੋਏ ਅਤੇ ਅਣਸੁਰੱਖਿਅਤ ਰਹਿਣ ਨਾ ਚਾਹੇ। ਸਾਨੂੰ ਇਹਨਾਂ 6 ਵਿੱਚੋਂ ਕੁਝ ਵੀ ਚੁਣਨ ਦੇ ਲਈ ਨਹੀਂ ਆਖਿਆ ਗਿਆ। ਇਹਨਾਂ ਵਿੱਚੋਂ ਅਸੀਂ ਇਸਤੇਮਾਲ ਕਰਨ ਦੀ ਖੁਆਇਸ਼ ਰੱਖਦੇ ਹੋਈਏ ਸਾਨੂੰ ਤਾਂ ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਪਹਿਨਣ ਦੇ ਲਈ ਆਖਿਆ ਗਿਆ ਹੈ। ਇਹ ਸ਼ਸਤਰ ਵਸਤਰ ਦਾ ਕੋਈ ਵੀ ਭਾਗ ਜਿਸ ਨੂੰ ਅਸੀਂ ਇਸਤੇਮਾਲ ਕਰਨ ਤੋਂ ਇਨਕਾਰ ਕਰਦੇ ਹਾਂ, ਉਹ ਸਾਨੂੰ ਕਿਸੇ ਨੁਕਸਾਨ ਪਹੁੰਚਾਉਣ ਵਾਲੇ ਥਾਂ ਉੱਤੇ ਅਸੁਰੱਖਿਅਤ ਛੱਡ ਦੇਵੇਗਾ ਅਤੇ ਅਸੀਂ ਸੱਚਮੁੱਚ ਨਿਸ਼ਚਿੰਤ ਤੌਰ ਤੇ ਵੈਰੀ ਦੇ ਸ਼ਿਕਾਰ ਹੋ ਜਾਵਾਂਗੇ। ਹੁਣ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਆਪਣੇ ਆਪ ਨੂੰ ਸ਼ੈਤਾਨ ਦੇ ਹਰੇਕ ਛਲ ਛਿੱਦਰ ਦੇ ਵਿਰੁੱਧ ਆਪਣੀ ਸੁਰੱਖਿਆ ਲਈ ਆਪਣੇ ਆਪ ਨੂੰ ਇਸ ਸ਼ਸਤਰ ਵਸਤਰ ਦੇ ਨਾਲ ਪਹਿਨਾਉਣਾ ਹੈ, ਜੋ ਸ਼ੈਤਾਨ ਤੁਹਾਡੇ ਤੋਂ ਸਾਡੀ ਗਵਾਹੀ ਨੂੰ ਦੂਰ ਕਰਨ ਦੀ ਖੁਆਇਸ਼ ਰੱਖਦਾ ਹੈ। ਪਰਮੇਸ਼ਰ ਦਾ ਵਚਨ ਆਖਦਾ ਹੈ, ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਪਹਿਨ ਲਓ। ਇੱਥੇ ਇੱਕ ਗੌਰ ਕਰਨ ਵਾਲੀ ਮਹੱਤਵਪੂਰਨ ਗੱਲ ਹੈ ਕਿ ਪਰਮੇਸ਼ਰ ਨੇ ਇਸ ਦੇ ਲਈ ਕੋਈ ਵੀ ਸੁਰੱਖਿਆ ਪ੍ਰਦਾਨ ਨਹੀਂ ਕੀਤੀ। ਇਹ ਕਿਸੇ ਵੀ ਛੱਡ ਜਾਣ ਵਾਲੇ ਨੂੰ ਉਸ ਦੀ ਫੌਜ ਦੇ ਵਿੱਚ ਰੱਖਣ ਦੀ ਆਸ ਨਹੀਂ ਕਰਦਾ। ਉਹ ਚਾਹੁੰਦਾ ਹੈ ਕਿ ਅਸੀਂ ਸਾਰੇ ਖੜੇ ਹੋਈਏ ਅਤੇ ਬੈਰੀ ਦਾ ਸਾਹਮਣਾ ਕਰੀਏ ਅਤੇ ਡਰਪੋਕਾਂ ਦੀ ਤਰ੍ਹਾਂ ਭੱਜਣ ਵਾਲੇ ਨਾ ਹੋਈਏ। ਜਦੋਂ ਅਸੀਂ ਇੱਥੇ ਦਿੱਤੀ ਗਈ ਸੂਚੀ ਜੋ ਕਿ ਸਾਡੇ ਲਈ ਵਰਣਨ ਸ਼ਸਤਰ ਵਸਤਰ ਉੱਤੇ ਗੌਰ ਕਰਦੇ ਹਾਂ, ਜਿਵੇਂ ਕਿ ਇੱਥੇ ਇਫਸੀਆਂ ਦੀ ਪੱਤਰੀ ਵਿੱਚ ਲਿਖਿਆ ਗਿਆ ਹੈ, ਇਹ ਸਾਫ਼ ਜ਼ਾਹਿਰ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹ ਸ਼ਸਤਰ ਵਸਤਰ ਖੁਦ ਮਸੀਹ ਘੱਟ ਕੁਝ ਵੀ ਨਹੀਂ ਹਨ। ਉਹ ਸ਼ਸਤਰ ਵਸਤਰ ਮਸੀਹ ਹਨ। ਅਸਲ ਵਿੱਚ ਜਦੋਂ ਪਲੂਸ ਨੇ ਰੋਮੀਆਂ ਨੂੰ ਲਿਖਿਆ ਤਦ ਉਸਨੇ ਇਸ ਦੇ ਨਾਲ ਬਹੁਤ ਹੀ ਮਿਲਦਾ ਜੁਲਦਾ ਲਿਖਿਆ ਸੀ, ਜੋ ਕਿ ਇੱਥੇ ਇਫਸੀਆਂ ਦੀ ਪੱਤਰੀ ਵਿੱਚ ਲਿਖਿਆ ਗਿਆ ਹੈ। ਰੋਮੀਓ ਦੀ ਪੱਤਰੀ 13 ਅਧਿਆਇ ਉਸ ਦੀ 14 ਐਤ ਵਿੱਚ ਉਸਨੇ ਆਖਿਆ ਸੀ, ਪ੍ਰਭੂ ਯੀਸ਼ੂ ਮਸੀਹ ਨੂੰ ਪਹਿਨ ਲਓ। ਮੁੱਖ ਤੌਰ ਤੇ ਉਹ ਸਾਨੂੰ ਦੱਸ ਰਿਹਾ ਹੈ ਕਿ ਸਾਨੂੰ ਮਸੀਹ ਨੂੰ ਉਸ ਤਰ੍ਹਾਂ ਪਹਿਨਣਾ ਪੈਣਾ ਹੈ ਜਿਸ ਤਰ੍ਹਾਂ ਕਿ ਅਸੀਂ ਕੱਪੜਿਆਂ ਨੂੰ ਪਹਿਨਦੇ ਹਾਂ। ਸ਼ਾਇਦ ਇਸ ਨਾਲੋਂ ਬਿਹਤਰ ਹੈ ਕਿ ਅਸੀਂ ਮਸੀਹ ਨੂੰ ਸ਼ਸਤਰ ਵਜੋਂ ਪਹਿਨੀਏ। ਰੋਮੀਓ ਦੀ ਪੱਤਰੀ ਵਿੱਚ ਵਰਣਨ ਇਹ ਐਤ ਵਿੱਚ ਕਈ ਅਪਸ਼ਬਦ ਹਨ ਅਤੇ ਇਫਸੀਆਂ ਦੀ ਪੱਤਰੀ ਵਿੱਚ ਦਿੱਤੀ ਗਈ ਹਦਾਇਤ ਇਹਨਾਂ ਸਭ ਐਤਾਂ ਵਿੱਚ ਵਧਾ ਕੇ ਦੱਸੀ ਗਈ ਹੈ। ਇਫਸੀਆਂ ਦੀ ਪੱਤਰੀ ਵਿੱਚ ਦਿੱਤੀਆਂ ਗਈਆਂ 7 ਐਤਾਂ ਅਸਲ ਵਿੱਚ ਸਾਨੂੰ ਰੋਮੀਓ ਦੀ ਪੱਤਰੀ ਵਿੱਚ ਲਿਖੇ ਗਏ 7 ਸ਼ਬਦਾਂ ਦੀ ਇੱਕ ਵਿਆਖਿਆ ਹੈ। ਜਦੋਂ ਅਸੀਂ ਸ਼ਸਤਰ ਵਸਤਰ ਪਹਿਨਦੇ ਹਾਂ ਤਦ ਅਸੀਂ ਮਸੀਹ ਨੂੰ ਪਹਿਨ ਰਹੇ ਹੁੰਦੇ ਹਾਂ ਅਤੇ ਉਸ ਦੀ ਸ਼ਕਤੀ ਵਿੱਚ ਹੋ ਕੇ ਯੁੱਧ ਕਰਨ ਲਈ ਅੱਗੇ ਵੱਧਦੇ ਹਾਂ। ਬਾਈਬਲ ਸਾਨੂੰ ਦੱਸਦੀ ਹੈ ਕਿ ਸ਼ਸਤਰ ਵਸਤਰ ਪਹਿਨਣ ਦੀ ਜ਼ਿੰਮੇਵਾਰੀ ਸਾਡੀ ਹੈ। ਕਿਸੇ ਨੇ ਇਸ ਤਰ੍ਹਾਂ ਆਖਿਆ ਸੀ ਕਿ ਉਹ ਸ਼ਸਤਰ ਵਸਤਰ ਤਿਆਰ ਕਰਦਾ ਹੈ ਪਰ ਮਸੀਹ ਉਹਨਾਂ ਸ਼ਸਤਰਾਂ ਵਸਤਰਾਂ ਨੂੰ ਲੈਂਦਾ ਹੈ। ਇਸ ਨੂੰ ਪਹਿਨਣ ਦੀ ਜ਼ਿੰਮੇਵਾਰੀ ਸਾਨੂੰ ਖੁਦ ਨੂੰ ਬਖਸ਼ੀ ਗਈ ਹੈ। ਇਸ ਤਰ੍ਹਾਂ ਨਹੀਂ ਆਖਿਆ ਗਿਆ ਕਿ ਇੰਤਜ਼ਾਰ ਕਰੋ ਕਿ ਪਰਮੇਸ਼ਰ ਇਸ ਨੂੰ ਤੁਹਾਨੂੰ ਪਹਿਨਾਵੇ। ਇੱਥੇ ਕਿਹਾ ਹੈ ਕਿ ਇਸ ਨੂੰ ਖੁਦ ਪਹਿਨੋ। ਆਪ ਦੀ ਜ਼ਿੰਮੇਵਾਰੀ ਆਪਣੇ ਆਪ ਨੂੰ ਪੂਰੇ ਸ਼ਸਤਰ ਵਸਤਰ ਪਹਿਨਾਉਣਾ ਹੈ ਜੋ ਕਿ ਪਰਮੇਸ਼ਰ ਦੇ ਹਨ। ਆਪ ਗੌਰ ਕਰੋ, ਅਸੀਂ ਇੱਕ ਵਿਅਕਤੀਗਤ ਅਤੇ ਨਿੱਜੀ ਸ਼ੈਤਾਨ ਦੇ ਨਾਲ ਯੁੱਧ ਵਿੱਚ ਜੁਟੇ ਹੋਏ ਹਾਂ। ਇਹ ਕੁਝ ਅਜਿਹਾ ਨਹੀਂ ਹੈ ਜਿਸ ਨੂੰ ਅਸੀਂ ਇੱਕ ਟੋਲੇ ਵਜੋਂ ਲੜਦੇ ਹਾਂ। ਅਸੀਂ ਇਸ ਨੂੰ ਨਿੱਜੀ ਤੌਰ ਤੇ ਲੜਦੇ ਹਾਂ ਅਤੇ ਜੇਕਰ ਅਸੀਂ ਵਿਅਕਤੀਗਤ ਅਤੇ ਨਿੱਜੀ ਤੌਰ ਤੇ ਯੋਧੇ ਦੇ ਸ਼ਸਤਰ ਵਸਤਰ ਨੂੰ ਨਹੀਂ ਪਹਿਨਦੇ ਤਦ ਅਸੀਂ ਸੱਚਮੁੱਚ ਇਸ ਯੁੱਧ ਵਿੱਚ ਗਿਰ ਜਾਵਾਂਗੇ, ਢਹਿ ਢੇਰੀ ਹੋ ਜਾਵਾਂਗੇ। ਸਾਨੂੰ ਇਸ ਸ਼ਸਤਰ ਵਸਤਰ ਨੂੰ ਇਸ ਕਰਕੇ ਪਾਉਣਾ ਹੈ ਕਿਉਂਕਿ ਇਹ ਸਾਡਾ ਨਿੱਜੀ ਕਰਤੱਵ ਹੈ। ਇਹ ਸਾਡਾ ਮੁੱਢਲਾ ਫਰਜ਼ ਹੈ। ਇਹ ਸਾਡਾ ਸਰਵ ਉੱਚ ਫਰਜ਼ ਹੈ ਅਤੇ ਇਹ ਸਾਡਾ ਸਥਾਈ ਫਰਜ਼ ਹੈ ਕਿ ਅਸੀਂ ਲਗਾਤਾਰ ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਨੂੰ ਪਹਿਨੀਏ। ਅਸੀਂ ਇਸ ਨੂੰ ਇੱਕ ਵਾਰ ਨਹੀਂ ਪਹਿਨਦੇ ਅਤੇ ਇਹ ਇਸ ਤਰ੍ਹਾਂ ਹਮੇਸ਼ਾ ਵਾਸਤੇ ਨਹੀਂ ਟਿਕਿਆ ਰਹਿੰਦਾ। ਸਾਨੂੰ ਲਗਾਤਾਰ ਵਾਰ-ਵਾਰ ਇਹਨਾਂ ਸੱਚਾਈਆਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੈ ਅਤੇ ਇਸ ਯੁੱਧ ਲਈ ਆਪਣੇ ਆਪ ਨੂੰ ਲੈਸ ਕਰਨਾ ਹੈ। ਪ੍ਰਭੂ ਯੀਸ਼ੂ ਮਸੀਹ ਜੀ ਨੇ ਪਲੂਸ ਦੇ ਰਾਹੀਂ ਸਾਨੂੰ ਇਹ ਹਦਾਇਤ ਦਿੱਤੀ ਕਿ ਇਹ ਸ਼ਸਤਰ ਵਸਤਰ ਸੱਚਾਈ ਦੇ ਕਮਰ ਕੱਸੇ ਦੇ ਨਾਲ ਆਰੰਭ ਹੁੰਦੇ ਹਨ। 6 ਅਧਿਆਏ ਵਿੱਚ ਉਹ ਆਖਦਾ ਹੈ, ਇਸ ਕਰਕੇ ਖਲੋ ਜਾਓ ਅਤੇ ਆਪਣੀ ਕਮਰ ਨੂੰ ਸੱਚਾਈ ਦੇ ਨਾਲ ਕੱਸ ਲਓ। ਇਹ ਤਾਂ ਇਸ ਤੋਂ ਹੀ ਅਨੋਖਾ ਜਾਪਦਾ ਹੈ ਕਿ ਰਸੂਲ ਇਸ ਨੂੰ ਕਿੱਥੇ ਆਰੰਭ ਕਰੇ ਅਤੇ ਇਹ ਵੀ ਉਸ ਨੂੰ ਇਸ ਕਮਰ ਕੱਸੇ ਦਾ ਜ਼ਿਕਰ ਕਿੱਥੇ ਕਰਨਾ ਪਵੇ ਜੋ ਕਿ ਉਸ ਰੋਮੀ ਸਿਪਾਹੀ ਦੇ ਦੁਆਰਾ ਪਹਿਨਿਆ ਜਾਵੇਗਾ, ਕਿਉਂਕਿ ਰੋਮੀ ਲੋਕਾਂ ਤਾਂ ਇਸ ਨੂੰ ਉਸ ਯੁੱਧ ਦੇ ਸ਼ਸਤਰ ਵਸਤਰ ਦਾ ਕੋਈ ਵੀ ਇੱਕ ਹਿੱਸਾ ਵੀ ਨਹੀਂ ਸੀ ਲੈਣਾ। ਅਸਲ ਵਿੱਚ ਇਹ ਤਾਂ ਉਹਨਾਂ ਦੀ ਪੁਸ਼ਾਕ ਦਾ ਇੱਕ ਆਮ ਹਿੱਸਾ ਸੀ।
ਜੋ ਕਿ ਕਰੀਬ-ਕਰੀਬ ਸਾਰੇ ਰੋਮੀਆਂ ਦੇ ਦੁਆਰਾ ਪਹਿਨਿਆ ਜਾਂਦਾ ਸੀ, ਭਾਵੇਂ ਉਹ ਯੋਧਾ ਹੋਣ ਜਾਂ ਨਾ। ਇਹਨਾਂ ਵਿੱਚੋਂ ਕੁਝ 6 ਇੰਚੀ ਚੌੜੀਆਂ ਬੈਲਟਾਂ ਹੁੰਦੀਆਂ ਸਨ, ਜੋ ਕਿ ਉਹਨਾਂ ਦੇ ਠੀਕ ਵਿਚਕਾਰ ਕੱਸੀਆਂ ਜਾਂਦੀਆਂ ਸਨ। ਪਰਮੇਸ਼ਰ ਇਸ ਦਾ ਇਸਤੇਮਾਲ ਉਸ ਤਰ੍ਹਾਂ ਨਹੀਂ ਕਰੇਗਾ ਜਿਸ ਤਰ੍ਹਾਂ ਕਿ ਰੋਮੀ ਇਸ ਦਾ ਇਸਤੇਮਾਲ ਇਸ ਵਚਨ ਦੇ ਹਿੱਸੇ ਵਿੱਚ ਕਰਨਗੇ। ਕੋਈ ਵੀ ਰੋਮੀ ਇਸ ਨੂੰ ਉਸ ਸ਼ਸਤਰ ਵਸਤਰ ਦਾ ਇੱਕ ਹਿੱਸਾ ਨਹੀਂ ਆਖਦੇ ਸਨ। ਉਹ ਤਾਂ ਸ਼ਸਤਰ ਵਸਤਰ ਦੇ ਇੱਕ ਸਥਾਨ ਵਜੋਂ ਇਸ ਨੂੰ ਜਿਸ ਤਰ੍ਹਾਂ ਉਸ ਨੇ ਇਸਤੇਮਾਲ ਕੀਤਾ ਜਾਏ ਉਸ ਨੂੰ ਸਮਝ ਲਿਆ ਹੋਵੇ, ਪਰ ਉਸ ਨੇ ਇਸ ਨੂੰ ਕਮਰ ਕੱਸੇ ਨੂੰ ਆਪਣੇ ਸ਼ਸਤਰ ਵਸਤਰ ਦੇ ਤਰੀਕੇ ਵਜੋਂ ਨਹੀਂ ਲਿਆ ਹੋਵੇਗਾ। ਇਹ ਤਾਂ ਉਸ ਦੀ ਪੁਸ਼ਾਕ ਦਾ ਇੱਕ ਹਿੱਸਾ ਹੁੰਦਾ ਸੀ। ਪੌਲੁਸ ਦੇ ਜ਼ਮਾਨੇ ਵਿੱਚ ਕਮਰ ਕੱਸ ਉਹਨਾਂ ਲੰਬੇ ਚੋਗੇ ਦੇ ਬਾਹਰ ਬਲ ਪਹਿਨਿਆ ਜਾਂਦਾ ਸੀ ਅਤੇ ਉਸ ਦਾ ਇੱਕ ਬਹੁਤ ਹੀ ਖਾਸ ਉਦੇਸ਼ ਹੁੰਦਾ ਸੀ। ਜੇਕਰ ਆਪ ਇਸ ਨੂੰ ਧਿਆਨਪੂਰਵਕ ਬਾਈਬਲ ਵਿੱਚੋਂ ਪੜ੍ਹੋ ਤਦ ਆਪ ਇਹਨਾਂ ਵਚਨਾਂ ਨੂੰ ਇਸ ਤਰ੍ਹਾਂ ਪੜ੍ਹੋਗੇ, ਆਪਣੇ ਮਨ ਦੇ ਕਮਰ ਨੂੰ ਕੱਸ ਲਓ। ਆਪ ਹੈਰਾਨ ਹੋਵੋਗੇ ਕਿ ਇਸ ਦਾ ਕੀ ਅਰਥ ਹੁੰਦਾ ਹੈ। ਜਦੋਂ ਇੱਕ ਰੋਮੀ ਸਾਰੀ ਰਾਤ ਇੱਕ ਥਾਂ ਤੋਂ ਦੂਜੇ ਥਾਂ ਵੱਲ ਚੱਲਣ ਦੇ ਲਈ ਰੁਚੀ ਰੱਖਦਾ ਹੋਵੇ ਤਦ ਉਹ ਇਸ ਤਰ੍ਹਾਂ ਕਰੇਗਾ ਕਿ ਉਹ ਆਪਣੇ ਉੜ ਰਹੇ ਲੰਬੇ ਚੋਗੇ ਨੂੰ ਪਕੜੇਗਾ ਅਤੇ ਇਸ ਨੂੰ ਉਧਰ ਉਠਾ ਕੇ ਇਸ ਕਮਰ ਕੱਸੇ ਨੂੰ ਇਸ ਦੇ ਉੱਪਰ ਬੰਨ੍ਹ ਦੇਵੇਗਾ, ਜਿਸ ਨੂੰ ਉਹ ਆਪਣੇ ਕਮਰ ਦੇ ਦੁਆਲੇ ਪਹਿਨਦਾ ਹੈ। ਉਹ ਇਸ ਤਰ੍ਹਾਂ ਇਸ ਕਰਕੇ ਕਰੇਗਾ ਕਿ ਜੋ ਚੋਗਾ ਉਸ ਦੇ ਨੱਠਣ ਦੇ ਵਕਤ ਉਸ ਨੂੰ ਰੁਕਾਵਟ ਨਾ ਪਾਵੇ ਜਾਂ ਫਿਰ ਜਦੋਂ ਉਹ ਤੇਜ਼ੀ ਦੇ ਨਾਲ ਚੱਲ ਰਿਹਾ ਹੋਵੇ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਧੰਨਵਾਦ। ਆਤਮਿਕ ਯੁੱਧ ਦੇ ਵਿਸ਼ੇ ਦੇ ਲੜੀਵਾਰ ਅਧਿਐਨ ਦੇ ਦੌਰਾਨ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ੈਤਾਨ ਦੀ ਸ਼ਖਸੀਅਤ ਦੇ ਉੱਤੇ ਗੌਰ ਕਰਦੇ ਹੋਏ ਇਹ ਵੇਖ ਰਹੇ ਸੀ ਕਿ ਸ਼ੈਤਾਨ ਧੋਖਾ ਦੇਣ ਵਾਲਾ ਹੈ, ਉਹ ਕਲੀਸਿਆ ਦੇ ਵਿੱਚ ਫੁੱਟ ਪਾਉਣ ਵਾਲਾ ਹੈ, ਉਹ ਨਾਸ਼ ਕਰਨ ਵਾਲਾ ਹੈ। ਅਸੀਂ ਪਰਮੇਸ਼ਰ ਦੇ ਸ਼ਸਤਰ ਵਸਤਰ ਦੇ ਬਾਰੇ ਗੌਰ ਕਰਦੇ ਹੋਏ ਇਸ ਤੋਂ ਬਾਅਦ ਸੱਚਾਈ ਦੇ ਕਮਰ ਕੱਸ ਬਾਰੇ ਵੀ ਗੌਰ ਕੀਤਾ। ਇਸ ਦੇ ਲਈ ਅਸੀਂ ਅਫਸੀਆਂ ਦੀ ਪੱਤਰੀ ਦੇ 6 ਅਧਿਆਇ ਦੀ 13 ਅਤੇ 14 ਆਇਤ ਦੇ ਵਚਨਾਂ ਦੇ ਉੱਤੇ ਗੌਰ ਕੀਤਾ। ਇਸ ਦੀਆਂ ਦੋ ਮੁੱਖ ਗੱਲਾਂ ਸਨ। ਪਹਿਲੀ ਸੱਚਾਈ ਦਾ ਗਿਆਨ ਔਰ ਦੂਜੀ ਸੱਚਾਈ ਜੋ ਸਾਡੇ ਅੰਦਰ ਹੈ। ਦੋਸਤੋ, ਅੱਜ ਦੇ ਅਧਿਐਨ ਪ੍ਰੋਗਰਾਮ ਤੋਂ ਅਸੀਂ ਸਿੱਖਿਆ ਕਿ ਸ਼ਸਤਰ ਵਸਤਰ ਨੂੰ ਪਹਿਨਣ ਦਾ ਅਰਥ ਹੈ ਪ੍ਰਭੂ ਯਿਸੂ ਮਸੀਹ ਜੀ ਨੂੰ ਪਹਿਨਣਾ ਅਤੇ ਅਸੀਂ ਉਸ ਦੀ ਸ਼ਕਤੀ ਦੇ ਵਿੱਚ ਹੋ ਕੇ ਯੁੱਧ ਦੇ ਵਿੱਚ ਅੱਗੇ ਵਧਦੇ ਹਾਂ। ਦੋਸਤੋ, ਹੁਣ ਸਮਾਂ ਹੋ ਗਿਆ ਹੈ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਹੁਣ ਸਾਨੂੰ ਪ੍ਰੋਗਰਾਮ ਸਮਾਪਤੀ ਦੀ ਇਜਾਜ਼ਤ ਦਿਓ। ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਦੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਸੱਚੇ ਜਿੰਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ, ਅੱਜ ਦੇ ਇਸ ਵਚਨ ਵਾਸਤੇ ਜੋ ਤੁਸੀਂ ਸਾਨੂੰ ਸਿਖਾਇਆ। ਪ੍ਰਭੂ ਜੀ, ਅਸੀਂ ਜਿਸ ਆਤਮਿਕ ਯੁੱਧ ਵਿੱਚ ਹਾਂ ਉਹ ਯੁੱਧ ਕਿਸ ਦੇ ਨਾਲ ਹੈ? ਉਹ ਇੱਕ ਐਸੀ ਸ਼ਖਸੀਅਤ ਦੇ ਨਾਲ ਹੈ ਪ੍ਰਭੂ ਜੀ ਜੋ ਸਾਨੂੰ ਜਲਦੀ ਤੋਂ ਦਿਖਾਈ ਨਹੀਂ ਦਿੰਦੀ। ਲੇਕਿਨ ਪਿਤਾ ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਅੱਜ ਤੁਸੀਂ ਉਸ ਨਾਲ ਸਾਨੂੰ ਜਾਣ ਪਛਾਣ ਕਰਵਾਈ, ਸਾਨੂੰ ਦੱਸਿਆ ਕਿ ਇਹ ਉਹ ਸ਼ਖਸ ਹੈ ਜਿਹੜਾ ਸਵਰਗ ਤੋਂ ਸਿੱਟਿਆ ਗਿਆ ਹੈ ਔਰ ਜਿਸ ਦਾ ਨਾਮ ਲੂਸੀਫਰ ਹੈ। ਉਹ ਨਹੀਂ ਚਾਹੁੰਦਾ ਪ੍ਰਭੂ ਕਿ ਤੁਹਾਡੇ ਲੋਕ ਤੁਹਾਡੇ ਤੋਂ ਬਰਕਤਾਂ ਪਾਣ, ਉਹ ਨਹੀਂ ਚਾਹੁੰਦਾ ਕਿ ਉਹ ਤੁਹਾਡੇ ਤੋਂ ਮੁਕਤੀ ਪਾਣ। ਇਸ ਕਰਕੇ ਉਹ ਲਗਾਤਾਰ ਪਿਤਾ ਪਰਮੇਸ਼ਰ ਤੁਹਾਡੇ ਲੋਕਾਂ ਨੂੰ, ਮਸੀਹੀ ਲੋਕਾਂ ਨੂੰ ਪ੍ਰਭੂ ਹਮੇਸ਼ਾ ਤੰਗ ਕਰਦਾ ਰਹਿੰਦਾ ਔਰ ਉਹਨਾਂ ਨੂੰ ਨੁਕਸਾਨ ਪਹੁੰਚਾਉਂਦਾ, ਉਹਨਾਂ ਨੂੰ ਨਾਸ਼ ਕਰਦਾ ਹੈ। ਲੇਕਿਨ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਕਿ ਤੁਸੀਂ ਸਾਨੂੰ ਬਰਕਤ ਦਿੱਤੀ ਹੈ ਔਰ ਸਾਨੂੰ ਪਛਾਣ ਕਰਾਈ ਹੈ ਕਿ ਅਸੀਂ ਆਪਣੇ ਦੁਸ਼ਮਣ ਨੂੰ ਕਿੱਦਾਂ ਪਛਾਣ ਸਕੀਏ। ਧੰਨਵਾਦ ਦਿੰਦੇ ਹਾਂ ਇਹਨਾਂ ਸਾਰੀਆਂ ਗੱਲਾਂ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।